नमस्कार, पंजाबी विरासत न्यूज़ चैनल देख रहे सभी दर्शकों का स्वागत। कृषि और किसानों को कर्ज से निजात दिलाने के लिए सरकारों की तरफ से कृषि कानूनों के अलावा कई तरह की कृषि स्कीम, कृषि सहकारी सभाएं बनाई जाती है ताकि देश की डूब रही कृषि और किसानी को बचाया जा सके। लेकिन इन सब चीज़ों से किसानों और कृषि को कितना फायदा पहुंचता है, ये सब तो जनता खुद ही जानती है। लेकिन अपने दर्शकों को जो हम अपने चैनल के माध्यम से दिखाने जा रहे हैं वह है जिला गुरदासपुर के गांव हरचोवाल के नज़दीक किसानों के द्वारा एकजुट होकर बनाई गई उत्तम खेती सहकारी सभा। ये सहकारी सभा इलाके के 25 किसानों ने मिलकर बनाई है और इसको रजिस्टर्ड भी करवाया गया है। सोसाइटी बनाने का मकसद कृषि के स्तर को ऊंचा उठाना और किसान को फायदा पहुंचाना है। किसानों द्वारा बनाई गई उत्तम खेती सहकारी सभा के द्वारा अपना पहला काम गुरदासपुर श्री हरगोविंदपुर सड़क पर कस्बा हरचोवाल में सड़क किनारे जगह लेकर गुड़ बनाने का प्रोजेक्ट लगाया। इस प्रोजेक्ट में किसानों से गन्ना लेकर अलग अलग तरह का गुड़ बनाया जाएगा और खुद ही उस गुड़ की मार्केटिंग की जाएगी। उत्तम खेती सहकारी सभा के अध्यक्ष ने बताया कि कृषि और किसान को फायदेमंद धंधा बनाने की सोच लेकर इस सहकारी सभा का गठन किया गया और किसानों से ही पैसे लेकर गुड़ बनाने का यह प्रोजेक्ट शुरू किया गया है। इस सहकारी सभा में पैसे लगाने वाले किसानों को बैंक जितना ही ब्याज दिया जाएगा और फसल बेचने वाले किसानों को उनकी फसल की कीमत 14 दिन के अंदर अदा की जाएगी और ज़्यादा प्रॉफिट होने पर फसल बेचने वाले किसानों को बोनस भी दिया जाएगा और यह सारी प्रक्रिया लिखती तौर पर की जाएगी। साथ ही उन्होंने कहा कि आगे चलकर किसानों की उत्तम कृषि सहकारी सभा के द्वारा दूसरी फसलों से संबंधित काम भी शुरू किए जाएंगे, क्योंकि ऐसे प्रोजेक्ट से ही किसानों को और कृषि को बचाया जा सकता है, लाभदायक धंधा बनाया जा सकता है। आओ देखते हैं कादियां से इस्लाम तारी की विशेष रिपोर्ट। ਇਹ ਤਾਂ ਬਹੁਤ ਵਧੀਆ ਲੱਗ ਰਿਹਾ ਵੇ ਜਿਹੜਾ ਕਿਸਾਨ ਆਪ ਖੁਦ ਕਰਕੇ ਆਪਣੀ ਕਰੇਗਾ ਉਹਨੂੰ ਤੇ ਇੱਕ ਤੇ ਪਹਿਲਾਂ ਹੀ ਮਜ਼ਦੂਰੀ ਨਹੀਂ ਕਿਸੇ ਨੂੰ ਦੇਣੀ ਪਏਗੀ, ਆਪਣੇ ਕੋਲ ਹੀ ਸਾਰੀ ਕਮਾਈ ਉਹਦੇ ਕੋਲ ਖੁਦ ਹੀ ਰਹੇ। ਜਿਹੜਾ ਉੱਤਮ ਖੇਤੀ ਨਾਮ ਦੀ ਜਿਹੜੀ ਸੰਸਥਾ ਰਜਿਸਟਰ ਕਰਾਈ ਆ ਸਹਿਕਾਰੀ ਸਭਾ ਜਿਹੜੀ ਖੋਲੀ ਆ ਇਹ ਕਿਸਾਨਾਂ ਵੱਲੋਂ ਰਲ ਕੇ ਖੋਲੀ ਗਈ ਆ। ਕਿਸਾਨਾਂ ਨੇ ਆਪ ਹੀ ਇਹਦੇ ਤੇ ਪੈਸੇ ਲੈ ਕੇ ਆਪਣੀ ਜ਼ਮੀਨ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਰਲ ਕੇ ਇਹਨੂੰ ਖੋਲਿਆ ਔਰ ਇੱਥੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦਾ ਜਿਹੜਾ ਉਹ ਮੌਕਾ ਮਿਲੇਗਾ ਹੋਰ, ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਕਿਸਾਨ ਨੂੰ ਫਾਇਦਾ ਹੋਏਗਾ ਅਤੇ ਇਹਦੇ ਨਾਲ ਜਿਹੜੇ ਹੋਰ ਇੱਥੇ ਜਿਹੜੇ ਰੁਜ਼ਗਾਰ ਦਾ ਮੌਕਾ ਮਿਲੇਗਾ। ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ। ਦੇਖੋ ਜੀ, ਇਹ ਉੱਤਮ ਖੇਤੀ ਸਹਿਕਾਰੀ ਸਭਾ ਇੱਥੇ ਬਣਾਈ ਗਈ ਹੈ ਕਿਸਾਨਾਂ ਵੱਲੋਂ ਔਰ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਇੱਥੇ ਕਿਸਾਨਾਂ ਨੇ ਰਲ ਕੇ। ਚਲੋ ਅੱਜ ਸਾਨੂੰ ਵੀ ਪਤਾ ਲੱਗਾ, ਅਸੀਂ ਵੀ ਅੱਜ ਦੇਖ ਕੇ ਇੱਥੇ ਬੜਾ ਮਨ ਖੁਸ਼ ਹੋਇਆ ਕਿ ਇੱਥੇ ਆਪਣਾ ਹੀ ਕਿਸਾਨ ਆਪਣਾ ਹੀ ਗੰਨਾ ਲੈ ਕੇ ਆ ਰਹੇ ਆ ਔਰ ਆਪਣਾ ਹੀ ਇੱਥੇ ਗੁੜ ਤਿਆਰ ਹੋ ਰਿਹਾ ਵਾ। ਵੇਖੋ ਜੀ, ਆਪਾਂ ਗੰਨਾ ਲੈ ਕੇ ਮਿੱਲਾਂ 'ਚ ਜਾਂਦੇ ਆ, ਕਈ ਮਿੱਲਾਂ ਦੇ ਵਿੱਚ 2-2 3-3 ਸਾਲ ਕਿਸਾਨਾਂ ਨੂੰ ਪੈਸੇ ਹੀ ਨਹੀਂ ਮਿਲਦੇ। ਇਹਦੇ ਵਿੱਚ ਇਹ ਆ ਵੀ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨ ਸਾਨੂੰ ਗੰਨਾ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਰਚੇ ਕੱਢ ਕੇ ਜੋ ਪ੍ਰੋਫਿਟ ਆਊਗਾ ਉਹਦੇ ਵਿੱਚ ਕਿਸਾਨਾਂ ਨੂੰ ਦਾ ਵੀ ਹਿਸਾਬ ਦਿੱਤਾ ਜਾਊਗਾ, ਯਾਨੀ ਕਿ ਜੋ ਵੀ ਉਹਨਾਂ ਦਾ 10-20-50 ਰੁਪਏ ਜੋ ਵੀ ਬਣੇਗਾ ਉਹਨਾਂ ਨੂੰ ਦਿੱਤਾ ਜਾਏਗਾ। ਸਮਾਜ ਸੇਵਾ ਨਾਲ ਜੁੜੇ ਆ ਜੀ ਤੇ ਸਮਾਜ ਸੇਵਾ ਕਰਦਿਆਂ ਚੱਲਦਿਆਂ ਇੱਕ ਦਿਨ ਮਨ 'ਚ ਗੱਲ ਆਈ ਕੋਈ ਅੱਜ ਤੋਂ 3 ਸਾਲ ਪਹਿਲੋਂ ਕਿ ਜਿਹੜੇ ਕਿਸਾਨੀ ਆ ਸਾਡੀ ਬਹੁਤ ਘਾਟੇ ਜਾ ਰਹੀ ਹੈ, ਖੇਤੀ ਧੰਦਾ ਘਾਟੇ ਜਾ ਰਿਹਾ ਤੇ ਅਸੀਂ ਉਦੋਂ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਜਿਨ੍ਹਾਂ ਨਾਲ ਸਾਡੀ ਅੱਗੇ ਸੇਵਾ ਦੇ ਕਾਰਜ ਚੱਲਦੇ ਆ ਅਸੀਂ ਬੈਠ ਕੇ ਸੋਚਿਆ ਵੀ ਹੁਣ ਕਿਸਾਨੀ ਦੀ ਸੇਵਾ ਵਾਸਤੇ ਵੀ ਕੁਝ ਕੀਤਾ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਖੇਤੀ ਨੂੰ ਉੱਤਮ ਕਾਰਜ ਮੰਨਿਆ ਗਿਆ ਪਰ ਸਮੇਂ ਦੀਆਂ ਸਰਕਾਰਾਂ ਨੇ ਜਾਂ ਚੱਲਦਿਆਂ ਉਹਨੂੰ ਲਾਹੇਵੰਦ ਤੋਂ ਬੜਾ ਦੂਸਰੇ ਪਾਸੇ ਨੂੰ ਵਪਾਰੀਕਰਨ ਵਾਲੇ ਪਾਸੇ ਵਪਾਰ ਪਾਸੇ ਲੈ ਗਏ ਤੇ ਅਸੀਂ ਮਤਲਬ ਉਹ ਗੁਰੂ ਨਾਨਕ ਦੇਵ ਸਾਹਿਬ ਵੱਲੋਂ ਦਿੱਤਾ ਗਿਆ ਉੱਨਤ ਖੇਤੀ ਉੱਤਮ ਖੇਤੀ ਮੱਧਮ ਕਾਰਨ ਖੇਤ ਚੱਕਰੀ ਖੇਤੀ ਉੱਤਮ ਆ ਤੇ ਅਸੀਂ ਬਾਬਾ ਜੀ ਵੱਲੋਂ ਕਹੇ ਗਏ ਉਹ ਸ਼ਬਦ ਦੇ ਪੂਰਨਿਆਂ ਦੇ ਉੱਤੇ ਅਸੀਂ ਪੂਰਾ ਉਤਰਨਾ ਤੇ ਅਸੀਂ ਖੇਤੀ ਨੂੰ ਇੱਕ ਪੰਜਾਬ 'ਚ ਉੱਤਮ ਧੰਦਾ ਬਣਾਉਣਾ, ਉੱਤਮ ਕਿੱਤਾ ਬਣਾਉਣਾ। ਕੀ ਨਾਮ ਦਿੱਤਾ ਗਿਆ ਫਿਰ? ਉੱਤਮ ਖੇਤੀ ਗੁੜ ਸ਼ੱਕਰ ਸਹਿਕਾਰੀ ਸਭਾ। ਕਿੰਨੇ ਕਿਸਾਨ ਹੁਣ ਤੱਕ ਜੁੜੇ ਆ? 25 ਕਿਸਾਨ ਅਸੀਂ ਇਸ ਮੁੱਢਲੇ ਰੂਪ ਦੇ ਵਿੱਚ। ਕੀ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ? ਉਹਨਾਂ ਵੱਲੋਂ ਪੂਰਾ ਸਹਿਯੋਗ, ਸਾਰਿਆਂ ਦਾ ਇੱਕ ਦੂਜੇ ਨਾਲ ਪੂਰਾ ਸਹਿਯੋਗ ਕੀਤਾ ਜਾਂਦਾ ਤੇ ਅਸੀਂ ਜਿਹੜਾ ਵੀ ਪੈਸਾ ਇਕੱਠਾ ਕਰਦੇ ਆ ਅਸੀਂ ਉਹ ਜੋ ਜਿੰਨਾ ਪੈਸਾ ਚਾਹੀਦਾ ਆਪਸ ਵਿੱਚ ਗੱਲ ਕਰੀਦੀ ਆ, ਉਸ ਵੇਲੇ ਸਾਡੇ ਕਿਸਾਨ ਉਹਦੀ ਹਾਮੀ ਭਰਦੇ ਆ ਤੇ ਉਹ ਨਾਲ ਦੀ ਨਾਲ ਪੈਸਾ ਆ ਜਾਂਦਾ। ਫਿਰ ਜਿਹੜਾ ਕਿਸਾਨ ਪੈਸਾ ਲਗਾਉਂਦੇ ਉਹਨਾਂ ਨੂੰ ਕੋਈ ਪ੍ਰੋਫਿਟ ਮਿਲਦਾ? ਉਹਨਾਂ ਨੂੰ ਪਹਿਲੇ ਦੱਸ ਦਿੱਤਾ ਗਿਆ ਕਿ ਅਸੀਂ ਕੋਈ ਪ੍ਰੋਫਿਟ ਨਹੀਂ ਲੈਣਾ, ਅਸੀਂ ਸੇਵਾ ਕਰਨੀ ਹੈ। ਹਾਂ, ਜਿਹੜਾ ਉਹਨਾਂ ਨੇ ਪੈਸਾ ਸਾਨੂੰ ਸੁਸਾਇਟੀ ਨੂੰ ਦਿੱਤਾ ਉਹਦਾ ਅਸੀਂ ਜੋ ਬੈਂਕ ਦੇ ਵਿੱਚ ਬੈਂਕ FD ਦਾ ਵਿਆਜ ਦਿੰਦੀ ਆ ਅਸੀਂ ਉਹ ਕਿਸਾਨਾਂ ਨੂੰ ਉਹ ਵਿਆਜ ਜਿਹੜਾ ਦਿਆ ਕਰਾਂਗੇ। ਫਸਲ ਤੁਸੀਂ ਕਿਸਾਨਾਂ ਤੋਂ ਖਰੀਦਦੇ ਹੋ ਤੇ ਕਿਸਾਨਾਂ ਨੂੰ ਫਿਰ ਕਿਸ ਤਰੀਕੇ ਨਾਲ ਪੇਮੈਂਟ ਕਰਦੇ ਹੋ ਤੇ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੋਫਿਟ ਹੋਏਗਾ ਕਿਸਾਨਾਂ ਨੂੰ? ਦੇਖੋ, ਮੁੱਢਲੇ ਰੂਪ ਵਿੱਚ ਆਪਾਂ ਗੰਨੇ ਤੋਂ ਸ਼ੁਰੂ ਕੀਤਾ, ਗੁੜ ਦੀ ਤਿਆਰੀ ਅਸੀਂ ਉਹਨਾਂ ਕੋਲ ਗੰਨਾ ਲੈ ਕੇ 14 ਦਿਨ ਦੇ ਅੰਦਰ ਉਹਨਾਂ ਨੂੰ ਪੇਮੈਂਟ ਦੇ ਦੇਣੀ। ਦੇਖੋ, ਜਦੋਂ ਅਸੀਂ ਇਹ ਗੰਨੇ ਦਾ ਸੀਜ਼ਨ ਖਤਮ ਹੋਏਗਾ ਉਸ ਤੋਂ ਬਾਅਦ ਸੋਸਾਇਟੀ ਦਾ ਆਡਿਟ ਹੋਏਗਾ। ਆਡਿਟ ਦੇ ਜਿੰਨੀ ਸੋਸਾਇਟੀ ਪ੍ਰੋਫਿਟ ਵਿੱਚ ਜਾਏਗੀ
ਉਹਦੇ ਪ੍ਰਾਪਤ ਦਾ ਕੁਝ ਹਿੱਸਾ ਉਹ ਕਿਸਾਨਾਂ ਜਿਨ੍ਹਾਂ ਕੋਲੋਂ ਸਾਨੂੰ ਗੰਨਾ ਮਿਲਿਆ ਪ੍ਰਾਪਤ ਹੋਇਆ ਅਸੀਂ ਉਹਨਾਂ ਦੇ ਖਾਤੇ ਪਾਵਾਂਗੇ। ਜਿਸ ਤਰ੍ਹਾਂ ਕਿ 20 ਰੁਪਏ 30 ਰੁਪਏ 50 ਰੁਪਏ ਭਾਵੇਂ ਕਿ ਅਸੀਂ ਇਹੀ ਸੋਚਿਆ ਕਿ ਜੇ ਕਿਸਾਨ ਦਾ ਗੰਨਾ ਹੀ 400 ਰੁਪਏ ਤੱਕ 20 ਕੁਇੰਟਲ ਲਵਾਂਗੇ, ਪਰ ਪਹਿਲੋਂ ਅਸੀਂ ਜੋ ਸਰਕਾਰੀ ਰੇਟ ਆ 310 ਰੁਪਏ ਅਸੀਂ ਉਹੀ ਲੈਂਦੇ ਹਾਂ। ਇਹੀ ਮਾਡਲ ਆ ਖੇਤੀਬਾੜੀ ਨੂੰ ਵਧੀਆ ਬਣਾਉਣ ਲਈ ਵੀ ਜਿਹਦੇ ਨਾਲ ਸਾਡੀ ਆਉਣ ਵਾਲੇ ਸਮੇਂ 'ਚ ਖੇਤੀਬਾੜੀ ਸਾਡੇ ਕੋਲ ਹੀ ਰਹੇਗੀ, ਕਿਸਾਨਾਂ ਦੇ ਕੋਲ ਉਤਪਾਦ ਰਹੇਗਾ ਤੇ ਮੰਡੀਕਰਨ ਵੀ ਕਿਸਾਨਾਂ ਦੇ ਕੋਲ।